तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम श्री वाहिगुरु साहिब जी। हे प्राण नाथ गोबिंदे कृपा निधान जगद गुरु। हे संसार ताप हरने करुणा मैं सब दुख हरो। हे शरण जोग दयाले दीना नाथ मया करो। शरीर स्वस्थ खीन समय सिमरंत नानक राम दामोदर माधवे। तेग बहादुर सिमरिए कर नाउ नित आवे ताए। सब थाई होए सहाय। परम सन्मानयोग जुगो जुग अटल तख्त चौर छत्र दे मालक सतगुरु श्री गुरु ग्रंथ ਸਾਹਿਬ महाराज पातशाह जी ਦੀ पावन पवित्र हजूरी अंदर सुभायमान हो करके नौवें गुरुदेव पातशाह ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕੇ ਦੇਸ਼ ਅਤੇ ਵਿਦੇਸ਼ ਦੇ ਅੰਦਰ ਆਪ ਸੰਗਤ ਨਿਤਾ ਪ੍ਰਤੀ ਸਤਿਗੁਰ ਮਹਾਰਾਜ ਜੀ ਦੇ ਜੀਵਨ ਕੌਤਕਾਂ ਨੂੰ ਸਰਵਣ ਕਰਦੇ ਹੋ। ਸਤਿਗੁਰ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ ਵਿੱਚ ਵਰਤਨ ਜੀਵਨ ਨੂੰ ਕਹਿ ਸਕੀਏ ਸੁਣ ਸਕੀਏ ਅਤੇ ਇਹਨਾਂ ਉਪਦੇਸ਼ਾਂ ਦੇ ਵਿੱਚੋਂ ਅਸੀਂ ਸਿੱਖਿਆ ਪ੍ਰਾਪਤ ਕਰਦਿਆਂ ਹੋਇਆਂ ਜੀਵਨ ਦੇ ਵਿੱਚੋਂ ਸਾਨੂੰ ਆਤਮਿਕ ਸੋਝੀ ਤੇ ਲਾਹਾ ਪ੍ਰਾਪਤ ਹੋਵੇ। ਆਪ ਸੰਗਤ ਬਖਸ਼ਿਸ਼ ਕਰੋ। ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ। ਮਨ ਬਿਰਤੀਆਂ ਕਰੋ ਇਕਾਗਰ। ਅਦਬ ਪਿਆਰ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਭੀਖੀ ਦੇ ਅੰਦਰ ਗਏ। ਗੁਰੂ ਨੇ ਜੋ ਤੁਰਕ ਰੀਤ ਅਪਣਾ ਚੁੱਕਿਆ ਸੀ ਦੇਸੂ ਚੌਧਰੀ ਮਹਾਰਾਜ ਨੇ ਉਹਨੂੰ ਵਰਜਿਆ, ਸੱਚ ਦਾ ਉਪਦੇਸ਼ ਦਿੱਤਾ। ਪਰ ਮਨ ਕਰਕੇ ਸਤਿਗੁਰ ਮਹਾਰਾਜ ਜੀ ਦੇ ਉਪਦੇਸ਼ ਨੂੰ ਗ੍ਰਹਿਣ ਨਾ ਕੀਤਾ ਤੇ ਇਹ ਉਪਦੇਸ਼ ਦਾ ਅਸਰ ਥੋੜ੍ਹ ਚਿਰਾ ਮਹਿਸੂਸ ਕਰਦਿਆਂ ਫਿਰ ਉਹੀ ਕੁਰੀਤੀਆਂ ਵਾਲੇ ਪਾਸੇ ਆਇਆ। ਤੇ ਇਹ ਕੁਰੀਤੀਆਂ ਦੇ ਕਰਕੇ ਜਿਹੜਾ ਸੀ ਸਤਿਗੁਰ ਮਹਾਰਾਜ ਨੇ ਬਖਸ਼ਿਸ਼ ਕਰਕੇ 5 ਤੀਰ ਇਹਨੂੰ ਦਿੱਤੇ ਤੇ ਉਹ ਤੀਰ ਇਹਨੇ ਆਪਣੇ ਹੱਥੀਂ ਤੋੜ ਸੁੱਟੇ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਜਿਵੇਂ ਘਰ ਦੇ ਵਿੱਚੋਂ ਅਸੀਸ ਚਲੇ ਗਈ, ਇਹਦੀ ਘੋੜੇ ਤੋਂ ਡਿੱਗਣ ਕਰਕੇ ਮੌਤ ਹੋਈ। ਸਾਧ ਸੰਗਤ ਉਜ਼ੈਨ ਦੇ ਰਾਜੇ ਦੇ ਸਾਹਮਣੇ ਕਿਸੇ ਸਮੇਂ ਕਿਸੇ ਨੇ 3 ਸੋਨੇ ਦੀਆਂ ਮੂਰਤੀਆਂ ਲਿਆ ਕੇ ਰੱਖੀਆਂ
ਥੋੜ੍ਹ ਚਿਰੇ ਉਪਦੇਸ਼ ਦੇ ਅਸਰ ਦੀ ਮੈਂ ਆਪ ਜੀ ਦੇ ਨਾਲ ਬਾਤ ਸਾਂਝੀ ਕਰਨ ਲੱਗਿਆ ਕਿ ਉਹਨਾਂ ਤਿੰਨਾਂ ਮੂਰਤੀਆਂ ਜਿਹੜੀਆਂ ਰੱਖੀਆਂ ਗਈਆਂ, ਕਿਸੇ ਨੇ ਆ ਕਰਕੇ ਮੂਰਤੀਕਾਰ ਨੇ ਇਹ ਗੱਲ ਰਾਜੇ ਨੂੰ ਆਖੀ ਕਿ ਇਹਨਾਂ ਤਿੰਨਾਂ ਮੂਰਤੀਆਂ ਦਾ ਮੈਂ ਮੁੱਲ ਪਾਉਣ ਵਾਸਤੇ ਤੁਹਾਡੇ ਕੋਲ ਆਇਆ। ਤੁਹਾਡੇ ਦਰਬਾਰ ਦੇ ਵਿੱਚ ਸਿਆਣੇ ਹੋਵਣਗੇ, ਮੰਤਰੀ ਹੋਵਣਗੇ, ਵਿਦਵਾਨ ਲੋਕ ਸੱਜਣ ਹੋਣਗੇ, ਤੁਸੀਂ ਇਹਨਾਂ ਮੂਰਤੀਆਂ ਦਾ ਮੁੱਲ ਜਿਹੜਾ ਹੈ ਮੈਨੂੰ ਪਵਾ ਕੇ ਦੇਵੋ। ਦਰਬਾਰ ਦੇ ਜਿਹੜੇ ਵਜ਼ੀਰ ਸਨ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਮੂਰਤੀਆਂ ਦਾ ਮੁੱਲ ਪਾਓ। ਉਹਨਾਂ ਮੂਰਤੀਆਂ ਦੀ ਸੁਨਿਆਰੇ ਵਾਂਗੂ ਕਸਵੱਟੀ ਲਾ ਕੇ ਤੇ ਪਰਖ ਕੀਤੀ ਗਈ ਕਿ ਕੋਈ ਖੋਟ ਸੋਨਾ ਬਿਲਕੁਲ ਸ਼ੁੱਧ ਕਿ ਕਿੰਨੀ ਕੁ ਖੋਟ ਹੋਵੇਗੀ। ਸਾਰੀਆਂ ਮੂਰਤੀਆਂ ਦਾ ਸੋਨਾ ਬਿਲਕੁਲ ਸ਼ੁੱਧ ਨਿਕਲਿਆ। ਫਿਰ ਉਹਨਾਂ ਦੇ ਭਾਰ ਨੂੰ ਤੋਲਿਆ ਗਿਆ ਤੇ ਭਾਰ ਤੋਲਣ ਤੋਂ ਬਾਅਦ ਵਿੱਚ ਦੇਖਿਆ ਕਿ ਸਾਰਿਆਂ ਦਾ ਵਜ਼ਨ ਭਾਰ ਜਿਹੜਾ ਸੀ ਬਿਲਕੁਲ ਬਰਾਬਰ ਸੀ। ਹੁਣ ਇਹ ਵਜ਼ਨ ਭਾਰ ਬਰਾਬਰ ਹੋਣ ਤੋਂ ਬਾਅਦ ਵਿੱਚ ਜਿਹੜੇ ਸਿਆਣਪ ਵਾਲੇ ਜਿਨ੍ਹਾਂ ਨੂੰ ਸਮਝਿਆ ਗਿਆ ਉਹਨਾਂ ਨੇ ਕਿਹਾ ਜੀ ਇਹਨਾਂ ਸਾਰਿਆਂ ਦਾ ਮੁੱਲ ਬਰਾਬਰ ਹੈ, ਕਿਉਂਕਿ ਸੋਨਾ ਵੀ ਬਰਾਬਰ ਲੱਗਿਆ, ਭਾਰ ਵੀ ਬਰਾਬਰ ਹੈ ਤੇ ਇਸ ਕਰਕੇ ਇਹਨਾਂ ਦਾ ਮੁੱਲ ਇੱਕੋ ਹੀ ਜਿੰਨਾ ਹੈ। ਪਰ ਮੂਰਤੀਕਾਰ ਨੇ ਕਿਹਾ ਸੀ ਕਿ ਨਹੀਂ, ਤੁਹਾਡੇ ਦਰਬਾਰ ਦੇ ਵਿੱਚ ਮੈਨੂੰ ਕੋਈ ਸਿਆਣਾ ਨਹੀਂ ਦਿਸਿਆ ਜਿਹੜਾ ਅਸਲ 'ਚ ਪਰਖ ਕਰਕੇ ਦੱਸੇ ਕਿ ਇਹ ਮੂਰਤੀਆਂ ਕਿੰਨੀਆਂ ਕੀਮਤੀ ਨੇ। ਫਿਰ ਉੱਥੇ ਕਾਲੀਦਾਸ ਜਿਹੜਾ ਸੀ ਇੱਕ ਬੜਾ ਸਿਆਣਾ ਵਿਦਵਾਨ ਉਸ ਸਮੇਂ ਹੋਇਆ, ਉਹਨੂੰ ਬੁਲਾਇਆ ਗਿਆ ਤੇ ਉਹਨੇ ਆਉਂਦਿਆਂ ਸਾਰ ਮੂਰਤੀਆਂ ਜਿਹੜੀਆਂ ਸੀ ਉਹਨੇ ਇੱਕ ਤੀਲਾ ਹੱਥ ਦੇ ਵਿੱਚ ਫੜਿਆ। ਉਹ ਤੀਲਾ ਇੱਕ ਮੂਰਤੀ ਦੇ ਕੰਨ ਦੇ ਵਿੱਚ ਪਾਇਆ ਤੇ ਕਹਿ ਦਿੱਤਾ ਕਿ ਇਸ ਮੂਰਤੀ ਨੂੰ ਬਾਹਰ ਸੁੱਟ ਦਿਓ, ਇਹਦੀ ਕੀਮਤ ਕੋਈ ਨਹੀਂ। ਮੂਰਤੀ ਚੁਕਾ ਦਿੱਤੀ। ਦੂਸਰੀ ਮੂਰਤੀ ਦੇ ਕੰਨ ਦੇ ਵਿੱਚ ਤੀਲਾ ਪਾਉਂਦੇ ਨੇ ਤੇ ਉਹ ਕਹਿੰਦੇ ਨੇ ਇਹਦੀ ਥੋੜ੍ਹੀ ਜਿੰਨੀ ਕੀਮਤ ਹੋ ਸਕਦੀ, ਇਹਨੂੰ ਤੁਸੀਂ ਕਿਤੇ ਕੋਨੇ ਦੇ ਵਿੱਚ ਰੱਖ ਦਿਓ, ਇਸ ਤੋਂ ਜ਼ਿਆਦਾ ਕੀਮਤ ਕੋਈ ਨਹੀਂ। ਤੀਸਰੀ ਮੂਰਤੀ ਦੇ ਕੰਨ ਦੇ ਵਿੱਚ ਤੀਲਾ ਪਾਉਣ ਤੋਂ ਬਾਅਦ ਵਿੱਚ ਉਹਨੇ ਕਹਿਣ ਲੱਗਾ ਇਹ ਬੇਸ਼ਕੀਮਤੀ ਮੂਰਤੀ ਹੈ, ਇਹਦਾ ਜਿੰਨਾ ਵੀ ਹੋ ਸਕੇ ਮੁੱਲ ਦੇਵੋਗੇ ਉਨਾ ਹੀ ਥੋੜ੍ਹਾ ਹੈ। ਦਰਬਾਰ ਵਾਲੇ ਦੇਖਣ ਵਾਲੇ ਹੈਰਾਨ ਸਨ ਤੇ ਜਿਹਨੇ ਉਹ ਮੂਰਤੀਆਂ ਬਣਾਈਆਂ ਉਹ ਕਹਿੰਦਾ ਬਿਲਕੁਲ ਸਹੀ ਮੁੱਲ ਪਾਇਆ। ਉਹਨਾਂ ਨੇ ਕਿਹਾ ਕਿ ਕਿਵੇਂ? ਉਸ ਵਿਦਵਾਨ ਨੇ ਉਸ ਵੇਲੇ ਰਾਜੇ ਨੂੰ ਦੱਸਿਆ, ਕਿਉਂਕਿ ਰਾਜਾ ਵੀ ਹੈਰਾਨ ਕਿ ਮੂਰਤੀਆਂ ਹੈ ਸੋਨੇ ਦੀਆਂ, ਭਾਰ ਵੀ ਬਰਾਬਰ, ਫਿਰ ਕਿਉਂ ਇਹਦੀ ਪਰਖ ਕਰਕੇ ਇਹਨੇ ਕਿਹਾ ਕਿ ਇੱਕ ਨੂੰ ਬਾਹਰ ਸੁੱਟ ਦਿਓ, ਇੱਕ ਨੂੰ ਕੋਨੇ ਵਿੱਚ ਰੱਖ ਦਿਓ, ਇੱਕੋ ਹੀ ਮੂਰਤੀ ਇਹਨਾਂ ਦੇ ਵਿੱਚੋਂ ਕੀਮਤੀ ਹੈ। ਫਿਰ ਉਹਨੇ ਦੱਸਣਾ ਕੀਤਾ ਕਿ ਜਦੋਂ ਮੈਂ ਤੀਲਾ ਕੰਨ ਦੇ ਵਿੱਚੋਂ ਪਾਇਆ ਤੇ ਉਹ ਤੀਲਾ ਦੂਸਰੇ ਕੰਨ ਦੇ ਵਿੱਚ ਚਲਿਆ ਗਿਆ, ਕਿ ਇਹ ਅਸਲ 'ਚ ਮੂਰਤੀਆਂ ਨਹੀਂ, ਇਹ ਤਾਂ ਸਰੋਤਿਆਂ ਦੀ ਵਿਆਖਿਆ ਕਰਦੀ ਪਈ ਹੈ ਕਿ ਸਰੋਤਾ ਕਿਵੇਂ ਦਾ ਹੋਣਾ ਚਾਹੀਦਾ। ਕੰਨ 'ਚ ਇੱਕ ਪਾਸੇ ਤੀਲਾ ਪਾਇਆ ਤੇ ਦੂਸਰੇ ਪਾਸੇ ਨਿਕਲਣ ਤੋਂ ਭਾਵ ਸੀ ਕਿ ਸੰਗਤ ਦੇ ਵਿੱਚ ਸਰੋਤੇ ਇਵੇਂ ਦੇ ਵੀ ਬੈਠਦੇ ਨੇ ਜਿਹੜੇ ਇੱਕ ਕੰਨ ਤੋਂ ਗੱਲ ਸੁਣੀ ਤੇ ਦੂਜੇ ਥਾਂ ਨਹੀਂ ਕੱਢ ਦਿੱਤੀ। ਜਿਵੇਂ ਦੇਸੂ ਜਿਹੜਾ ਚੌਧਰੀ ਭੀਖੀ ਦਾ ਸੀ ਨੇ ਉਪਦੇਸ਼ ਨੂੰ ਸੁਣਿਆ ਤੇ ਜ਼ਰੂਰ, ਪਰ ਥੋੜ੍ਹ ਚਿਰਾ ਉਪਦੇਸ਼ ਨੂੰ ਅਪਣਾ ਕੇ ਰੱਖਿਆ, ਉਹ ਜੀਵਨ ਦਾ ਅੰਗ ਨਹੀਂ ਬਣ ਸਕਿਆ, ਨਾ ਹੀ ਜੀਵਨ ਨੂੰ ਸੁਧਾਰ ਸਕਿਆ। ਦੂਸਰਾ ਉਹਨੇ ਵਿਦਵਾਨ ਨੇ ਕਿਹਾ ਕਿ ਤੀਲਾ ਕੰਨ 'ਚੋਂ ਪਾਇਆ ਤੇ ਮੁੱਖ ਦੇ ਵਿੱਚੋਂ ਬਾਹਰ ਆਇਆ। ਇਹਦਾ ਭਾਵ ਇਹ ਸੀ ਕਿ ਕੁਝ ਲੋਕ ਕੰਨਾਂ ਥਾਣੀ ਗੱਲ ਗਿਆਨ ਦੀ ਸੁਣਦੇ ਜ਼ਰੂਰ ਨੇ, ਥੋੜ੍ਹੇ ਚਿਰ ਵਾਸਤੇ ਆਪਣੇ ਦਿਮਾਗ ਦੇ ਵਿੱਚ ਰੱਖਦੇ ਨੇ ਤੇ ਬਾਅਦ ਵਿੱਚ ਉਹ ਗੱਲ ਨੂੰ ਤਾਂ ਦਿਮਾਗ 'ਚ ਰੱਖਦੇ ਕਿ ਕਿਸੇ ਦੂਸਰੇ ਨੂੰ ਸੁਣਾ ਕੇ ਪ੍ਰਭਾਵਿਤ ਕਰ ਸਕੀਏ, ਕਿਸੇ ਦੂਸਰੇ ਦੇ ਉੱਤੇ ਪ੍ਰਭਾਵ ਪੈ ਸਕੇ, ਤਾਂ ਉਹ ਗੱਲ ਗਿਆਨ ਦੀ ਨੂੰ ਆਪਣੇ ਅੰਦਰ ਰੱਖਣਗੇ ਕਿ ਦੂਸਰੇ ਨੂੰ ਮੈਂ ਸੁਣਾ ਸਕਾਂ। ਤੇ ਤੀਸਰੀ ਮੂਰਤੀ ਇਹ ਦੱਸਦੀ ਪਈ ਸੀ ਕਿ ਕੰਨ ਥਾਣੀ ਜਦੋਂ ਤੀਲਾ ਪਾਇਆ ਤੇ ਉਹ ਤੀਲਾ ਅੰਦਰ ਨੂੰ ਚਲੇ ਗਿਆ, ਉਹਦਾ ਭਾਵ ਇਹ ਸੀ ਕਿ ਸੱਚਾ ਉਪਦੇਸ਼ ਜਿਹਨੇ ਸੁਣਿਆ ਉਹਨੇ ਹਿਰਦੇ ਤੱਕ ਲੈ ਕੇ ਗਿਆ, ਤੇ ਜਿੰਦੇ ਹਿਰਦੇ ਤੱਕ ਉਪਦੇਸ਼ ਜਾਏਗਾ ਉਹਦਾ ਜੀਵਨ ਜ਼ਰੂਰ ਬਦਲੇਗਾ। ਮਹਾਰਾਜ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਹੁਣ ਜਿਹਨੇ ਸੁਣਿਆ ਨਹੀਂ ਉਹ ਮੰਨੇਗਾ ਵੀ ਨਹੀਂ, ਤੇ ਮਹਾਰਾਜ ਕਹਿੰਦੇ ਜਿਹੜਾ ਸੁਣੇਗਾ ਉਹੀ ਮੰਨੇਗਾ ਤੇ ਜਿਹੜਾ ਮੰਨੇਗਾ ਉਹੀ ਉਹਨੂੰ ਹਿਰਦੇ ਵਿੱਚ ਟਿਕਾਏਗਾ। ਮਹਾਰਾਜ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਨਹੀਂ ਸੁਣਿਆ, ਉੱਤੋਂ ਉਪਦੇਸ਼ ਦਾ ਧਾਰ ਨਹੀਂ ਹੋਇਆ ਤੇ ਪਰ ਆਪਣੇ ਜੀਵਨ ਨੂੰ ਸੰਭਾਲ ਨਹੀਂ ਸਕਿਆ। ਮਹਾਰਾਜ ਨੇ ਤਾਂ ਕੋਸ਼ਿਸ਼ ਯਤਨ ਕੀਤਾ ਕਿ ਸ਼ਾਇਦ ਇਹਦਾ ਜੀਵਨ ਬਦਲ ਜਾਏ। ਮਹਾਰਾਜ ਇਸ ਤੋਂ ਬਾਅਦ ਵਿੱਚ ਫਿਰ ਗੰਡੂਆ ਜਿਹੜਾ ਨਗਰ ਸੀ ਉੱਥੇ ਜਾਂਦੇ ਆ। ਹੁਣ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਇਹਨਾਂ ਯਾਤਰਾ ਦਾ ਖਾਸ ਮਹੱਤਵ ਵੀ ਇਸ ਕਰਕੇ ਸੀ ਕਿਉਂਕਿ ਹਰ ਸਿੱਖ ਜਿਹੜਾ ਸੀ, ਪਤਾ ਨਹੀਂ ਕਿਹੜੀ ਥਾਂ ਤੇ ਉਹ ਸਿੱਖ ਬੈਠੇ ਤੇ ਗੁਰੂ ਨੂੰ ਯਾਦ ਕਰਦੇ ਸੀ
ਕਿ ਸਤਿਗੁਰੂ ਮਹਾਰਾਜ ਸਾਡੇ ਅੰਦਰ ਭਾਵਨਾ ਤੇ ਕਈ ਵੱਖ-ਵੱਖ ਭਾਵਨਾ ਲੈ ਕਰਕੇ ਬੈਠੇ ਸੀ। ਇਸੇ ਤਰ੍ਹਾਂ ਗੰਡੂਆ ਨਗਰ ਦੇ ਅੰਦਰ ਭਾਈ ਮੁਗਲੂ ਜੀ ਹੋਏ ਨੇ। ਭਾਈ ਮੁਗਲੂ ਜੀ ਦੇ ਅੰਦਰ ਦੀ ਭਾਵਨਾ ਸੀ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਸਤਿਗੁਰੂ, ਉਹਨਾਂ ਦੇ ਸਮੇਂ ਭਾਈ ਮੁਗਲੂ ਜਿਹੜੇ ਸਨ ਉਹਨਾਂ ਨੇ ਜੰਗਾਂ ਤੇ ਯੁੱਧਾਂ ਦੇ ਵਿੱਚ ਹਿੱਸਾ ਲਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਜਦੋਂ ਨਗਰ ਵਾਲੇ ਪਾਸੇ ਨੂੰ ਤੋਰਿਆ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੂੰ ਬਚਨ ਕਹੇ ਸੀ ਕਿ ਸਤਿਗੁਰੂ ਮਹਾਰਾਜ ਇੱਕ ਮਨ ਦੇ ਵਿੱਚ ਇੱਛਾ ਹੈ, ਜੇਕਰ ਆਪ ਕਿਰਪਾ ਕਰੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਕਿਹਾ ਸੀ ਕਿ ਮਹਾਰਾਜ ਜਿਸ ਦਿਨ ਮੈਂ ਪ੍ਰਾਣ ਤਿਆਗਾਂ ਉਸ ਦਿਨ ਤੁਹਾਡੇ ਦਰਸ਼ਨ ਹੋਣੇ ਚਾਹੀਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਬਚਨ ਕਹੇ ਸਨ ਕਿ ਪ੍ਰਾਣ ਅੰਤ ਜਬ ਹੋਏ ਹਮਾਰੇ ਤਬ ਲਗ ਨਿਕਟ ਰਹੇ ਸਤਿਗੁਰੂ ਨਿਆਰੇ, ਕਿ ਮੈਂ ਜਿੱਦਣ ਪ੍ਰਾਣ ਮੇਰੇ ਨਿਕਲਣ ਤੇ ਉਦਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਸਨਮੁਖ ਹੋਵੋ। ਸਤਿਗੁਰੂ ਮਹਾਰਾਜ ਜੀ ਨੇ ਅਸੀਸ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਹਰਿ ਰਾਏ ਸਾਹਿਬ ਗੁਰਤਾ ਤੇ ਆਏ, ਗੁਰੂ ਹਰਕ੍ਰਿਸ਼ਨ ਮਹਾਰਾਜ ਆਏ। ਹੁਣ ਭਾਈ ਮੁਗਲੂ ਦਾ ਅੰਤਮ ਸਮਾਂ ਸੀ। ਹੁਣ ਮਨ ਦੇ ਵਿੱਚ ਇੱਕ ਹੀ ਇੱਛਾ ਰੱਖੀ ਹੋਈ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਕਦੋਂ ਤੁਹਾਡੇ ਦਰਸ਼ਨ ਹੋਣ, ਕਿਉਂਕਿ ਹੁਣ ਜੀਵਨ ਦੀਆਂ ਅੰਤਮ ਘੜੀਆਂ ਚੱਲਦੀਆਂ ਨੇ। ਸੰਸਾਰੀ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹਨੇ ਸੰਸਾਰ ਤੋਂ ਕਦੋਂ ਜਾਣਾ ਹੈ। ਮਹਾਰਾਜ ਕਹਿੰਦੇ ਨੇ ਕਿ ਕਿਆ ਜਾਣਾ ਕਿ ਉਹ ਮਰੇਂਗੇ, ਕੈਸਾ ਮਰਨਾ ਹੋਏ। ਸੰਸਾਰੀ ਨੂੰ ਇਹ ਵੀ ਨਹੀਂ ਪਤਾ ਕਿ ਕਿਵੇਂ ਮਰਨਾ, ਕਿੱਥੇ ਮਰਨਾ, ਕਦੋਂ ਮਰਾਂਗਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਦੇ ਵਿੱਚ ਭਿੱਜਿਆ ਹੈ ਉਹ ਤਾਂ ਇਵੇਂ ਆ ਕਿ ਉਹਨੂੰ ਇਹ ਵੀ ਪਤਾ ਕਿ ਸਿਨਿਆ ਕਦੋਂ ਆਇਆ, ਕਦੋਂ ਸੰਸਾਰ ਤੋਂ ਪਰਤ ਕੇ ਵਾਪਸ ਜਾਣਾ ਹੈ। ਗੁਰਮੁਖ ਕੱਲੇ ਆਨ ਜਾਵਨ ਸੱਦਿਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਲੈ ਕਰਕੇ ਭਾਈ ਮੁਗਲੂ ਘਰ ਦੇ ਵਿੱਚ ਹੈ ਤੇ ਪਰਿਵਾਰ ਨੂੰ ਉਹਨੇ ਕਹਿ ਦਿੱਤਾ। ਪਰਿਵਾਰ ਨੇ ਜੇਕਰ ਕਹਿਣਾ ਕਿ ਬਾਹਰਲਾ ਦਰਵਾਜ਼ਾ ਬੰਦ ਕਰ ਦਈਏ, ਰਾਤ ਹੈ, ਸਮਾਂ ਰਾਤ ਦਾ ਹਨੇਰਾ ਹੋ ਚੁੱਕਿਆ ਹੈ। ਭਾਈ ਮੁਗਲੂ ਨੇ ਕਹਿਣਾ ਨਹੀਂ, ਬਿਲਕੁਲ ਦਰਵਾਜ਼ਾ ਬੰਦ ਨਾ ਕਰਿਓ, ਮੇਰੇ ਸਤਿਗੁਰ ਨੇ ਆਉਣਾ ਤੇ ਕਿਤੇ ਦਰਵਾਜ਼ਾ ਬੰਦ ਵੇਖ ਕੇ ਉਹ ਮੁੜ ਹੀ ਨਾ ਜਾਣ। ਮਨ ਦੇ ਵਿੱਚ ਇੱਛਾ ਸੀ ਕਿ ਮਹਾਰਾਜ ਮੇਰੇ ਘਰ ਦੇ ਦਰਵਾਜ਼ੇ ਜਿਹੜੇ ਹਮੇਸ਼ਾ ਖੁੱਲ੍ਹੇ ਰਹਿਣਗੇ, ਆਪ ਕਿਰਪਾ ਕਰੋਗੇ, ਘਰ ਦੇ ਵਿੱਚ ਆਓ, ਮੇਰਾ ਅੰਤਮ ਸਮਾਂ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਇੱਥੋਂ ਭੀਖੀ ਤੋਂ ਅੱਗੇ ਨਗਰਾਂ ਤੋਂ ਹੁੰਦਿਆਂ ਹੋਇਆਂ ਗੰਡੂਆ ਨਗਰ ਦੇ ਵਿੱਚ ਜਾਂਦੇ ਆ। ਉਧਰੋਂ ਭਾਈ ਮੁਗਲੂ ਦੇ ਆਖਰੀ ਸਵਾਸ ਨੇ। ਉਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਘਰ ਦੇ ਅੰਦਰ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਘੋੜੇ ਤੋਂ ਉਤਰੇ। ਭਾਈ ਮੁਗਲੂ ਦੇ ਸਾਹਮਣੇ ਜਦੋਂ ਜਾ ਕੇ ਖੜੇ ਹੋਏ ਤੇ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਰੱਖਿਆ। ਭਾਈ ਮੁਗਲੂ ਸੀਸ ਰੱਖਿਆ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹਨੇ ਪ੍ਰਾਣ ਤਿਆਗੇ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਉਹਦੀ ਮਨ ਦੀ ਇੱਛਾ ਸੀ ਕਿ ਅੰਤਮ ਸਮੇਂ ਮਹਾਰਾਜ ਤੁਹਾਡੇ ਦਰਸ਼ਨ ਹੋਵਨ। ਸਤਿਗੁਰੂ ਮਹਾਰਾਜ ਪਾਤਸ਼ਾਹ ਦੇਖੋ ਕਈਆਂ ਨੇ ਪਤਾ ਨਹੀਂ ਕੈਸੀ ਕੈਸੀ ਭਾਵਨਾ ਲੈ ਕੇ ਬੈਠੇ। ਅਨੋਖੀ ਜੀ ਭਾਵਨਾ ਲੈ ਕੇ ਇੱਕ ਹੋਰ ਸਿੱਖ ਹੈ ਜਿੰਦਾ ਨਾਮ ਹੈ ਸਾਧੂ ਭਾਈ ਤੁਲਸੀ ਜੀ। ਇਹਦਾ ਨਗਰ ਹੈ ਧਲੇਓ। ਇਹ ਧਲੇਓ ਨਗਰ ਦਾ ਜਿਹੜਾ ਤੁਲਸੀ ਜਿਹੜਾ ਸੀ ਸਾਧੂ ਸੀ, ਇਹਦੇ ਮਨ ਦੇ ਵਿੱਚ ਹੋਰ ਹੀ ਇੱਛਾ ਰੱਖ ਕੇ ਦਰਸ਼ਨਾਂ ਦੀ ਵੱਖਰੀ ਜੀ ਸਿੱਕ ਰੱਖ ਕੇ ਬੈਠਾ। ਤੇ ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਇਹਦੇ ਕੋਲ ਗਏ ਤੇ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਸਭ ਤੋਂ ਪਹਿਲਾਂ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਹਨੇ ਪਰਿਕਰਮਾ ਕਰਨਾ ਕੀਤੀ। ਜਿਵੇਂ ਹਿੰਦੂ ਧਰਮ ਦੇ ਵਿੱਚ 6 ਪ੍ਰਕਾਰ ਦੀ ਪੂਜਾ ਦੱਸੀ ਹੈ, ਉਸ ਤਰੀਕੇ ਨਾਲ ਇਹਨੇ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕੀਤੀ। ਹੁਣ ਇਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ, ਜਿਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ, ਉਹ ਬਜ਼ੁਰਗ ਪੰਡਤ ਗੰਗਾ ਦੇ ਕਿਨਾਰੇ ਤੇ ਬੈਠਾ ਹੋਇਆ ਸ਼ਿਵਦੱਤ ਜਿਹੜਾ ਸੀ ਰਾਮ ਦੇ ਰੂਪ ਦੇ ਵਿੱਚ ਕਰਨਾ ਚਾਹੁੰਦਾ ਸੀ। ਰੋਜ਼ ਉਹਨੇ ਰਾਮ ਰਾਮ ਗੰਗਾ ਦੇ ਕਿਨਾਰੇ ਤੇ ਬੈਠ ਕੇ ਜਪਣਾ। ਤੇ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਗਏ ਤੇ ਮੋਢਿਆਂ ਤੇ ਜਾ ਕੇ ਕੰਧਾੜਿਆਂ ਤੇ ਚੜ੍ਹ ਕੇ ਅੱਖਾਂ ਮੀਚ ਕੇ ਆਖਿਆ ਸੀ ਕਿ ਬਾਬਾ ਜੀ ਝਾਤ। ਤੇ ਸ਼ਿਵਦੱਤ ਨੇ ਅੱਖਾਂ ਤੋਂ ਹੱਥ ਪਾਸੇ ਕੀਤੇ। ਬਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਦੇ ਰਾਹੀਂ ਉਹਨੂੰ ਆਪਣੇ ਰਾਮ ਦੇ ਦਰਸ਼ਨ ਹੋਏ। ਇਹ ਸਾਧੂ ਭਾਈ ਤੁਲਸੀ ਜਿਹੜਾ ਸੀ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਸਿੱਖੀ ਧਾਰਨ ਕੀਤੀ। ਪਰ ਮਨ ਦੇ ਵਿੱਚ ਸ਼ਰਧਾ ਸੀ ਕਿ ਮੈਂ ਕਿਸੇ ਹੋਰ ਰੂਪ 'ਚ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ।
ਗੁਰੂ ਤੇਗ ਬਹਾਦਰ ਮਹਾਰਾਜ ਗਏ, ਪਰਿਕਰਮਾ ਕੀਤੀ, ਦਰਸ਼ਨ ਕੀਤੇ, ਚਰਨ ਅੰਮ੍ਰਿਤ ਲਿਆ, 6 ਪ੍ਰਕਾਰ ਦੀ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕਰਨਾ ਕੀਤੀ ਤੇ ਸਤਿਗੁਰਾਂ ਦੇ ਉਹ ਦਰਸ਼ਨ ਮਨ ਨੂੰ ਪ੍ਰਾਪਤ ਹੋਏ ਜਿਹੜੇ ਇਹ ਕਰਨਾ ਚਾਹੁੰਦਾ ਸੀ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਦੱਸੋ ਪਰਮਾਤਮਾ ਨੂੰ ਅਸਲ ਦੇ ਵਿੱਚ ਮਿਲਣਾ ਹੈ ਤੇ ਰਾਹ ਕੀ ਹੈ, ਕਿਵੇਂ ਮਿਲ ਸਕਦੇ ਹਾਂ? ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਕਿ ਰੱਬ ਕਿਤੇ ਦੂਰ ਨਹੀਂ ਹੈ, ਪਰਮਾਤਮਾ ਅਤ ਨੇੜੇ ਹੈ। ਸਾਡੇ ਸਰੀਰ ਦਾ ਕੋਈ ਵੀ ਅੰਗ ਇੰਨਾ ਸਾਡੇ ਨੇੜੇ ਨਹੀਂ ਜਿੰਨਾ ਰੱਬ ਸਾਡੇ ਨੇੜੇ ਹੈ। ਪਰ ਅਸਲ ਦੇ ਵਿੱਚ ਕੀ ਹੈ ਕਿ ਸਾਡੇ ਵਿੱਚ ਤੇ ਪਰਮਾਤਮਾ ਵਿੱਚ ਅਸੀਂ ਹਉਮੈ ਦੀ ਕੰਧ ਖੜੀ ਕਰ ਦਿੱਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ, ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੇ ਪਾਲ। ਤੇ ਮਹਾਰਾਜ ਜੀ ਨੇ ਉੱਤਰ ਵੀ ਦੇ ਦਿੱਤਾ, ਹੱਲ ਵੀ ਦੱਸ ਦਿੱਤਾ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਹਉਮੈ ਭੀਤ ਗੁਰ ਪਾਈ, ਕਿ ਸਾਡੇ ਤੇ ਪਰਮਾਤਮਾ ਦੇ ਵਿੱਚ ਹਉ ਭੀਤ ਭਇਓ ਹੈ ਵਿੱਚੋਂ। ਸਾਡੇ ਤੇ ਪਰਮਾਤਮਾ ਦੇ ਵਿੱਚ ਹਉਮੈ ਹੰਕਾਰ ਦੀ ਕੰਧ ਹੈ, ਇਹ ਪਰਦਾ ਬਣਿਆ ਹੋਇਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕੇਵਲ ਭਰਮ ਮੇਟਣ ਦੀ ਲੋੜ ਹੈ। ਜਿੱਦਣ ਭਰਮ ਖਤਮ ਹੋ ਜਾਏਗਾ ਉਦਣ ਪਰਮਾਤਮਾ ਪ੍ਰਗਟ ਹੋ ਜਾਏਗਾ। ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਪਰਮਾਤਮਾ ਨੂੰ ਕਿਤਿਓਂ ਲੱਭਣਾ ਸਾਨੂੰ ਪਏਗਾ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਲੱਭਣਾ ਨਹੀਂ ਪੈਣਾ, ਪ੍ਰਗਟ ਕਰਨਾ ਪੈਣਾ ਹੈ। ਦੂਰ ਨਹੀਂ ਹੈ, ਉਹ ਨੇੜੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਉਹ ਇੰਨਾ ਨੇੜੇ ਹੈ, ਕਹੋ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਹੱਥ ਤੋਂ ਵੀ ਨੇੜੇ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਕੇਵਲ ਪ੍ਰਗਟ ਕਰਨ ਦੀ ਲੋੜ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਸਲ 'ਚ ਰੱਬ ਦੂਰ ਕਿਤੇ ਨਹੀਂ ਸਾਡੇ ਤੋਂ। ਸਾਡੇ ਅੰਦਰ ਕੇਵਲ ਭਰਮ ਪੈਦਾ ਹੋ ਗਿਆ ਕਿ ਅਸੀਂ ਉਸ ਭਰਮ ਦੇ ਆਸਰੇ 'ਤੇ ਜਿਉਂਦੇ ਪਏ ਹਾਂ। ਬੰਦਾ ਗੁਨਾਹ ਕਰਨ ਲੱਗਿਆ ਵੀ ਇਹੀ ਸੋਚਦਾ ਪਿਆ ਹੈ ਕਿ ਸ਼ਾਇਦ ਰੱਬ ਮੈਨੂੰ ਦੇਖਦਾ ਨਹੀਂ ਪਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਬੰਦਾ ਅੱਗੇ ਦੇਖੇਗਾ, ਪਿੱਛੇ ਦੇਖੇਗਾ ਕਿ ਮੈਨੂੰ ਕੋਈ ਦੇਖੇ ਨਾ, ਗੁਨਾਹ ਕਰਨ ਲੱਗਿਆ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਅੱਗੋਂ ਦੇਖੇ, ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ। ਜੇ ਗੁਨਾਹ ਕਰਦਾ ਪਿਆ ਏ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ, ਉਹਦੇ ਤੋਂ ਕਿੱਦਾਂ ਲੁਕਾ ਸਕਦਾ ਜਿਹੜਾ ਤੇਰੇ ਅੰਦਰ ਬੈਠਾ ਤੈਨੂੰ ਦੇਖਦਾ ਪਿਆ ਹੈ। ਹਉਮੈ ਦੀ ਭੀਤ ਹੈ ਨਾ। ਇੱਕ ਵਿਦਵਾਨ ਨੇ ਉਦਾਹਰਨ ਦਿੱਤੀ, ਉਹ ਸਾਖੀਕਾਰ ਲਿਖਦਾ ਹੈ ਕਿ ਕਿਸੇ ਨੇ ਕਿਹਾ ਕਿ ਨਗਰ ਦੇ ਵਿੱਚੋਂ ਸਿਆਣਾ ਪੁਰਖ ਕੌਣ ਹੈ, ਪਤਾ ਲੱਗ ਸਕੇ ਕਿਹੜਾ ਸਿਆਣਾ ਪੁਰਖ ਹੈ। ਉਹਨੇ ਕੀ ਕੀਤਾ ਕਿ 2 ਕਬੂਤਰ ਜਿਹੜੇ ਸੀ 2 ਵੱਖ-ਵੱਖ ਬੰਦਿਆਂ ਨੂੰ ਦਿੱਤੇ। ਕਿਹਾ ਕਿ ਇਹਨਾਂ ਕਬੂਤਰਾਂ ਨੂੰ ਉੱਥੇ ਮਾਰ ਕੇ ਲੈ ਕੇ ਆਇਓ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ। ਇੱਕ ਜਿਹੜਾ ਚੁਸਤ ਤੇ ਚਲਾਕ ਸੀ, ਉਹ ਕਬੂਤਰਾਂ ਨੂੰ ਲੈ ਕੇ ਜਦੋਂ ਗਿਆ ਤੇ ਉਹਨੇ ਅੱਗੇ ਪਿੱਛੇ ਦੇਖਿਆ ਕਿ ਕੋਈ ਦੇਖਦਾ ਤੇ ਨਹੀਂ। ਸੁਨਸਾਨ ਜੀ ਥਾਂ ਦੇਖ ਕੇ ਤੇ ਉਹਨੇ ਕਬੂਤਰ ਨੂੰ ਮਾਰਿਆ ਤੇ ਦੌੜ ਕਰਕੇ ਵਾਪਸ ਰਾਜੇ ਦੇ ਕੋਲ ਆ ਕੇ ਕਹਿੰਦਾ, ਦੇਖੋ ਮੈਂ ਆ ਗਿਆ, ਹੁਣ ਮੈਂ ਇਨਾਮ ਦਾ ਹੱਕਦਾਰ ਹਾਂ, ਮੈਂ ਪਹਿਲੋਂ ਆ ਚੁੱਕਾ ਹਾਂ। ਤੇ ਉਸ ਰਾਜੇ ਨੇ ਕਿਹਾ, ਕਹਿਣ ਲੱਗਾ ਕਿ ਥੋੜ੍ਹਾ ਚਿਰ ਰੁਕੋ, ਕਿਉਂਕਿ ਦੂਜਾ ਵੀ ਆਵੇਗਾ ਤੇ ਫਿਰ ਅਸੀਂ ਨਿਰਣਾ ਕਰਾਂਗੇ। ਦੂਜਾ ਇਨਸਾਨ ਉਹ ਜਿਹੜਾ ਕਬੂਤਰ ਨੂੰ ਲੈ ਕੇ ਗਿਆ, ਉਹਨੇ ਬੜੀਆਂ ਥਾਵਾਂ ਦੇਖੀਆਂ, ਕੋਈ ਦੇਖਦਾ ਤੇ ਨਹੀਂ। ਮਨ ਨੇ ਕਹਿਣਾ ਕਿ ਨਹੀਂ, ਇੱਥੇ ਆਹ ਚੀਜ਼ ਦੇਖਦੀ ਹੈ, ਇੱਥੇ ਆਹ ਚੀਜ਼ ਦੇਖਦੀ ਹੈ। ਅਖੀਰ ਤੇ ਬਿਲਕੁਲ ਸੁਨਸਾਨ ਥਾਂ ਦੇਖ ਕੇ ਉਹਨੇ ਜਦੋਂ ਉਸ ਕਬੂਤਰ ਨੂੰ ਮਾਰਨ ਲੱਗਿਆ ਤੇ ਉਹ ਕਬੂਤਰ ਉਹਦੇ ਵੱਲੇ ਦੇਖੇ ਪਿਆ। ਮਨ ਦੇ ਵਿੱਚ ਫੁਰਨਾ ਆ ਗਿਆ ਕਿ ਇਹ ਕਬੂਤਰ ਤਾਂ ਮੈਨੂੰ ਦੇਖਦਾ ਪਿਆ ਹੈ ਨਾ। ਕਬੂਤਰ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੱਤੀ, ਕਹਿੰਦਾ ਹੁਣ ਕੋਈ ਨਹੀਂ ਮੈਨੂੰ ਦੇਖਦਾ। ਪਰ ਜਦੋਂ ਮਾਰਨ ਲੱਗਿਆ ਤੇ ਫਿਰ ਮਨ ਦੇ ਵਿੱਚ ਫੁਰਨਾ ਆਇਆ, ਮਨਾ ਤੇਰੇ ਅੰਦਰ ਬੈਠਾ ਰੱਬ ਤੇ ਤੈਨੂੰ ਦੇਖਦਾ ਪਿਆ, ਉਹਦੇ ਤੋਂ ਕਿੱਥੇ ਲੁਕਾ ਸਕਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਅਸਲ ਦੇ ਵਿੱਚ ਗੁਨਾਹ ਕਰਨ ਲੱਗਿਆ ਬੰਦਾ ਸੋਚਦਾ ਕਿ ਮੈਨੂੰ ਕੋਈ ਨਹੀਂ ਦੇਖਦਾ। ਕਰਤ ਵਿਕਾਰ 2 ਕਰ ਝਾਰਤ, ਬੰਦਾ ਗੁਨਾਹ ਕਰਕੇ ਦੋਵੇਂ ਹੱਥ ਝਾੜ ਕੇ ਉੱਠ ਖਲੋਂਦਾ, ਕਹਿੰਦਾ ਮੈਨੂੰ ਕਿੰਨੇ ਦੇਖਿਆ, ਮੇਰੇ ਤੋਂ ਰਾਜਨੀਤਿਕ ਤਾਕਤ, ਮੇਰੇ ਤੋਂ ਧਾਰਮਿਕ ਤਾਕਤ, ਮੇਰੇ ਤੋਂ ਧਨ ਦੀ ਤਾਕਤ, ਮੈਂ ਤਾਂ ਝੱਟ ਨਿਕਲ ਗਿਆ ਸਮਝੋ। ਪਰ ਹਕੀਕਤ ਇਹ ਹੈ ਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਦ ਸੁਣਦਾ ਸਦ ਵੇਖਦਾ। ਉਹ ਪਰਮਾਤਮਾ ਸਾਨੂੰ ਹਮੇਸ਼ਾ ਸੁਣਦਾ ਪਿਆ ਹੈ
ਹਮੇਸ਼ਾ ਦੇਖਦਾ ਪਿਆ ਏ। ਸਤਿਗੁਰ ਮਹਾਰਾਜ ਧਨਾਸਰੀ ਰਾਗ ਦੇ ਅੰਦਰ ਜਦੋਂ ਅਸੀਂ ਸ਼ਬਦ ਆਰਤੀ ਦਾ ਪੜ੍ਹਦੇ ਹਾਂ ਜਾਂ ਸੋਹਲਾ ਸਾਹਿਬ ਜੀ ਦਾ ਤੀਸਰਾ ਸ਼ਬਦ ਪੜ੍ਹਦੇ ਹਾਂ, ਤੇ ਉਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀਆਂ ਅੱਖਾਂ ਨੇ ਇਹ ਸਾਰੀਆਂ ਤੇਰੀਆਂ ਅੱਖਾਂ ਨੇ। ਇਹ ਨਾਸਕਾ ਜਿਹੜੀ ਮਨੁੱਖਾਂ ਨੂੰ ਜਾਂ ਜੀਵ ਜੰਤੂਆਂ ਨੂੰ ਤੂੰ ਨੱਕ ਦਿੱਤਾ, ਇਹ ਸਾਰੇ ਨੱਕ ਤੇਰੇ ਨੇ। ਇਹ ਹੱਥ ਇਹ ਪੈਰ ਤੇਰੇ ਨੇ। ਪਰ ਅਖੀਰ ਦੇ ਵਿੱਚ ਮਹਾਰਾਜ ਕਹਿੰਦੇ ਨਾਲ ਹੀ ਕਿ ਇਹਨਾਂ ਪੈਰਾਂ ਦੇ ਵਿੱਚ ਅਸੀਂ ਇਹ ਨਹੀਂ ਦਾਵਾ ਕਰ ਸਕਦੇ ਕਿ ਅਸਲ ਕਿਹੜੇ ਤੇਰੇ ਨੇ। ਕੋਈ ਦਾਵਾ ਕਰਕੇ ਥੋੜ੍ਹੀ ਕਹੇਗਾ ਕਿ ਮੇਰੇ ਪੈਰ ਹੀ ਰੱਬ ਦੇ ਪੈਰ ਨੇ, ਮੇਰੀਆਂ ਅੱਖਾਂ ਰੱਬ ਦੀਆਂ ਅੱਖਾਂ, ਮੇਰੀ ਨਾਸਕਾ ਰੱਬ ਦੀ ਨਾਸਕਾ। ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਉਹ ਅਸਲ ਦੇ ਵਿੱਚ ਪੁਰਖ ਹੈ ਤੇ ਇਕੱਲਾ ਪੁਰਖ ਨਹੀਂ ਹੈ, ਉਹ ਕਰਤਾ ਪੁਰਖ ਹੈ। ਉਹ ਸਾਨੂੰ ਬਣਾ ਕਰਕੇ ਤੇ ਸਾਡੇ ਵਿੱਚ ਬੈਠਾ ਹੋਇਆ, ਸਾਡੇ ਤੋਂ ਦੂਰ ਕਿਤੇ ਨਹੀਂ। ਉਹ ਹਮੇਸ਼ਾ ਹਾਜ਼ਰ ਹੈ। ਕੋਈ ਵੀ ਮੁਸੱਵਰ, ਕੋਈ ਮੂਰਤੀਕਾਰ ਮੂਰਤੀ ਬਣਾਵੇ, ਕੋਈ ਤਸਵੀਰ ਬਣਾਵੇ, ਕੋਈ ਘਰ ਬਣਾਏ, ਕੋਈ ਗਹਿਣੇ ਦੀ ਤਾਮੀਰ ਕਰੇ। ਹੁਣ ਕੋਈ ਵੀ ਐਸਾ ਅਸੀਂ ਨਹੀਂ ਦੇਖਦੇ ਕਿ ਜਿਹਨੇ ਇਹ ਵਸਤੂ ਕੋਈ ਬਣਾਈ, ਪੇਂਟਿੰਗ ਬਣਾਈ, ਮੂਰਤੀ ਬਣਾਈ, ਗਹਿਣਾ ਬਣਾਇਆ। ਉਹ ਕਰਤਾ ਜ਼ਰੂਰ ਬਣ ਜਾਂਦਾ ਹੈ ਉਹਨੂੰ ਬਣਾ ਕਰਕੇ, ਪਰ ਉਹਦੇ ਵਿੱਚ ਨਹੀਂ ਬੈਠਾ ਹੁੰਦਾ, ਉਹਦੇ ਵਿੱਚ ਨਹੀਂ ਹੈ। ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਕਰਤਾ ਇਕੱਲਾ ਨਹੀਂ, ਉਹ ਕਰਤਾ ਪੁਰਖ ਹੈ। ਉਹ ਵਸਤੂ ਨੂੰ ਬਣਾ ਕਰਕੇ, ਜੀਵ ਨੂੰ ਬਣਾ ਕਰਕੇ ਸਤਿਗੁਰ ਮਹਾਰਾਜ ਕਹਿੰਦੇ ਨੇ ਉਹਦੇ ਵਿੱਚ ਬੈਠਿਆ ਹੈ। ਜਦੋਂ ਇਸ ਧਰਤੀ ਦੇ ਉੱਤੇ ਮਹਾਰਾਜਿਆਂ ਸਿੱਖਾਂ ਨੇ ਜਿਹੜਾ ਸੀ ਉਹਨਾਂ ਨੇ ਰਾਜ ਕੀਤਾ, ਉਹਨਾਂ ਸਿੱਖ ਰਾਜਿਆਂ ਵਿੱਚੋਂ ਇੱਕ ਫਰੀਦਕੋਟੀਏ ਮਹਾਰਾਜੇ ਜਿਹੜੇ ਸੀ ਉਹਨਾਂ ਨੇ ਸਿੱਖੀ ਵਾਸਤੇ ਖਾਸ ਉਦਮ ਕੀਤਾ। ਉਦਾਸੀ ਤੇ ਨਿਰਮਲੇ ਜਿਹੜੇ ਸਾਧੂ ਸੀ ਉਹਨਾਂ ਨੂੰ ਇਕੱਤਰ ਕੀਤਾ। 100 ਸਾਧੂਆਂ ਨੇ ਰਲ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਟੀਕਾ ਲਿਖਿਆ। ਉਹ ਨਿਰਮਲਿਆਂ ਦਾ ਟੀਕਾ ਜਿਹੜਾ ਕਰਕੇ ਮਸ਼ਹੂਰ ਹੋਇਆ, ਜਾਂ ਉਹਨੂੰ ਫਰੀਦਕੋਟੀਆਂ ਵਾਲਾ ਟੀਕਾ ਵੀ ਕਿਹਾ ਗਿਆ। ਉਹਨਾਂ ਬਾਣੀ ਦੇ ਅਰਥ ਕਰਦਿਆਂ ਜਦੋਂ ਕਰਤਾ ਪੁਰਖ ਦੇ ਅਰਥ ਕੀਤੇ ਤੇ ਉੱਥੇ ਉਹਨਾਂ ਨੇ ਲਿਖਿਆ ਕਿ ਪੁਰੀ ਪੁਰੀ ਬਸੰਤਾ ਸਤਿਪੁਰਖਾ, ਜਿਹੜਾ ਹਰ ਥਾਂ ਤੇ ਮੌਜੂਦ ਹੋਵੇ, ਹਰ ਥਾਂ ਤੇ ਹੈ, ਕਿਤਿਓਂ ਵੀ ਗੈਰ ਹਾਜ਼ਰ ਨਹੀਂ। ਅਸੀਂ ਇਹ ਅੱਜ ਦੇਖੋ, ਅੱਜ ਸਾਇੰਸ ਕਹੇਗੀ ਕਿ ਅਸੀਂ ਅਲਾਸਕਾ ਦੇ ਵਿੱਚ ਚਲੇ ਜਾਈਏ, ਜਾਂ ਕੁਝ ਐਸੀਆਂ ਧਰਤੀ ਦੇ ਉੱਤੇ ਥਾਵਾਂ ਨੇ ਜਿੱਥੇ ਜੀਵਨ ਨਹੀਂ, ਜਿੱਥੇ ਨਾ ਤੇ ਕੋਈ ਪਸ਼ੂ ਮਿਲੇਗਾ, ਨਾ ਪੰਛੀ ਮਿਲੇਗਾ, ਨਾ ਕੋਈ ਜਾਨਵਰ ਮਿਲੇਗਾ, ਨਾ ਕੋਈ ਇਨਸਾਨ ਉੱਥੇ ਜਾਂਦਾ ਹੈ। ਪਰ ਹਕੀਕਤ ਇਹ ਆ ਕਿ ਇਸ 9 ਖੰਡ ਪ੍ਰਿਥਵੀ ਇਕੱਲੀ ਨਹੀਂ, ਇਸ ਸਮੁੱਚੇ ਬ੍ਰਹਿਮੰਡ, ਇਸ ਕਾਇਨਾਤ, ਜਿੱਥੋਂ ਤੱਕ ਸਾਇੰਸ ਨੇ ਅੱਜ ਤੱਕ ਦੇਖਿਆ ਤੇ ਜਾਂ ਜਿੱਥੋਂ ਤੱਕ ਅਜੇ ਤੱਕ ਦੇਖ ਨਹੀਂ ਪਾਏ, ਉਹ ਹਰ ਥਾਂ ਤੇ ਪ੍ਰਮਾਤਮਾ ਆਪ ਮੌਜੂਦ ਆ। ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਫਿਰ ਸਾਧੂ ਜਿਹੜਾ ਤੁਲਸੀ ਸੀ ਉਹਨੇ ਕਿਹਾ ਕਿ ਮਹਾਰਾਜ ਪਰਮਾਤਮਾ ਨਾਲ ਮਿਲਣਾ ਤੇ ਕਿਵੇਂ ਮਿਲੀਏ। ਮਹਾਰਾਜ ਕਹਿੰਦੇ ਨੇ ਉਹ ਹਰ ਥਾਂ ਤੇ ਮੌਜੂਦ, ਕੇਵਲ ਭਰਮ ਦਾ ਪਰਦਾ ਅੰਦਰ ਪਿਆ ਹੈ। ਇਸ ਭਰਮ ਦੇ ਪਰਦੇ ਨੂੰ ਤੋੜੋਗੇ ਤੇ ਕਹਿੰਦੇ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ। ਮਹਾਰਾਜ ਜੀ ਦਾ ਪਾਵਨ ਵਾਕ ਨੇ ਪਾਵਨ ਬਾਣੀ ਦੇ ਵਿੱਚ ਕਿ ਵਨ ਕੰਡਾ ਮੂੜੇ ਹੈ। ਬੰਦਾ ਰੱਬ ਨੂੰ ਲੱਭਣ ਵਾਸਤੇ ਕੰਡਿਆਂ ਤੇ ਵਨਾਂ ਦੇ ਵਿੱਚ ਦੌੜਦਾ ਫਿਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਵਸੀ ਰੱਬ ਹਿਆਲੀਏ, ਬਾਹਰ ਕਿਆ ਟੁੰਡੇ ਹੈ। ਤੇ ਕਹਿੰਦੇ ਅਸਲ ਦੇ ਵਿੱਚ ਰੱਬ ਹਿਰਦੇ ਵਿੱਚ ਵਸਦਾ ਪਿਆ ਹੈ। ਭੰਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੌਰਾਇਓ। ਭੰਬੀਰੀ ਦੇ ਜਿੱਦਾਂ ਖੰਭ ਜਿੰਨਾ ਕਹਿੰਦੇ ਕੇਵਲ ਪਰਦਾ ਸਾਡੇ ਤੇ ਪਰਮਾਤਮਾ ਦੇ ਵਿੱਚ, ਜੇ ਉਹਨਾਂ ਕੁ ਪਰਦਾ ਅਸੀਂ ਮੇਟ ਦਈਏ, ਹੰਕਾਰ ਨੂੰ ਛੱਡ ਦਈਏ, ਨਾ ਤਾਂ ਹੰਕਾਰ ਵਿਦਿਆ ਦਾ ਹੋਵੇ, ਨਾ ਹੰਕਾਰ ਗਿਆਨ ਦਾ ਹੋਵੇ, ਨਾ ਹੰਕਾਰ ਸੁਹੱਪਣ ਦਾ ਹੋਵੇ, ਨਾ ਹੰਕਾਰ ਧਨ ਦੌਲਤ ਦਾ ਹੋਵੇ, ਨਾ ਹੰਕਾਰ ਕਿਸੇ ਪਦਵੀ ਜਾਂ ਕਿਸੇ ਪ੍ਰਾਪਤੀ ਦਾ ਹੋਵੇ। ਹਮੇਸ਼ਾ ਨਿਮਰਤਾ ਦੇ ਵਿੱਚ ਰਹਿ ਕਰਕੇ ਹਰ ਵਸਤੂ ਨੂੰ, ਭਾਵੇਂ ਗਿਆਨ ਹੈ, ਭਾਵੇਂ ਪਦਵੀ, ਭਾਵੇਂ ਸੁਹੱਪਣ ਹੈ, ਕੋਈ ਵੀ ਤਾਕਤ ਮਿਲ ਗਈ, ਉਹਦਾ ਹੰਕਾਰ ਕਰਨ ਦੀ ਥਾਂ ਤੇ ਸ਼ੁਕਰਾਨਾ ਕਰਕੇ ਆਖੀਏ ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ ਹੈ, ਇਹ ਦਾਤ ਬਖਸ਼ਿਸ਼ ਕੀਤੀ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਮਿੱਠਤ ਨੀਮੀ ਨਾਨਕਾ, ਗੁਣ ਚੰਗਿਆਈਆਂ ਤਤ, ਗੁਰੂ ਕਿਰਪਾ ਕਰੇ। ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰੋ ਕਿ ਮਹਾਰਾਜ ਕਿਰਪਾ ਕਰੋ ਕਿ ਜਗਤ ਦੇ ਵਿੱਚ ਇੱਕ ਵਾਰੀ ਫਿਰ ਆਪ ਠੰਡ ਵਰਤਾਵੋ, ਆਪ ਕਿਰਪਾ ਕਰੋ। ਅਨੇਕਾਂ ਮਹਾਰਾਜ ਸੱਚੇ ਪਾਤਸ਼ਾਹ ਜਾਨਾਂ ਗਵਾ ਚੁੱਕੇ ਨੇ, ਅਨੇਕਾਂ ਇਸ ਬਿਮਾਰੀ ਦੀ ਗਿਰਫਤ ਵਿੱਚ ਨੇ। ਆਪ ਕਿਰਪਾ ਕਰੋ ਵਾਹਿਗੁਰੂ। ਕੋਈ ਵੀ ਹੈ ਆਪ ਹੱਥ ਦੇ ਕੇ ਰੱਖ ਲਵੋ, ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੌ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨੌ ਨਿਤ